ਅੱਜ ਦੀ ਵੀਡੀਓ ਵਿੱਚ ਆਪਾਂ ਲਿਸਟਾਂ ਬਾਰੇ ਗੱਲ ਕਰਾਂਗੇ। HTML ਵਿੱਚ ਲਿਸਟਾਂ ਕਿਸ ਤਰ੍ਹਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ। ਇੱਕੋ ਤਰ੍ਹਾਂ ਦੀ ਜਾਣਕਾਰੀ ਨੂੰ ਆਰਗੇਨਾਈਜ਼ ਕਰਨ ਦੇ ਲਈ ਲਿਸਟਾਂ HTML ਦੁਆਰਾ ਪ੍ਰੋਵਾਈਡ ਕੀਤੀਆਂ ਇੱਕ ਪਾਵਰਫੁਲ ਟੂਲ ਹਨ। ਲਿਸਟਾਂ ਦਾ ਇਸਤੇਮਾਲ ਸਾਂਝੀ ਜਾਣਕਾਰੀ ਜਾਂ ਰਿਲੇਟਡ ਪੀਸ ਆਫ ਇਨਫੋਰਮੇਸ਼ਨ ਨੂੰ ਗਰੁੱਪ ਦੇ ਵਿੱਚ ਇਕੱਠੇ ਕਰਨ ਦੇ ਲਈ ਕੀਤਾ ਜਾਂਦਾ ਹੈ ਤਾਂ ਕਿ ਉਹ ਇੱਕ ਦੂਸਰੇ ਨਾਲ ਕਲੀਅਰਲੀ ਐਸੋਸੀਏਟ ਕੀਤੇ ਜਾ ਸਕਣ ਅਤੇ ਇਹਨਾਂ ਨੂੰ ਪੜ੍ਹਨਾ ਵੀ ਆਸਾਨ ਹੋ ਜਾਏ। ਸਾਰੀਆਂ ਲਿਸਟਾਂ ਦੇ ਲਈ ਇੱਕ ਜਾਂ ਇੱਕ ਤੋਂ ਜ਼ਿਆਦਾ ਲਿਸਟ ਐਲੀਮੈਂਟਸ ਨੂੰ ਕੰਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਆਮ ਤੌਰ ਤੇ 3 ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਹਨ। ਨੰਬਰ 1 ਆਰਡਰਡ ਲਿਸਟ, ਨੰਬਰ 2 ਅਨਆਰਡਰਡ ਲਿਸਟ, ਨੰਬਰ 3 ਡੈਫੀਨੇਸ਼ਨ ਲਿਸਟ। ਆਰਡਰ ਲਿਸਟ ਦਾ ਇਸਤੇਮਾਲ ਉੱਥੇ ਕੀਤਾ ਜਾਂਦਾ ਹੈ ਜਿੱਥੇ ਕਿਸੇ ਆਈਟਮ ਦੀ ਪ੍ਰਾਇੋਰਟੀ ਜਾਂ ਉਸਦਾ ਆਰਡਰ ਮਹੱਤਵਪੂਰਨ ਹੋਵੇ। HTML ਦੇ ਵਿੱਚ ਆਰਡਰਡ ਲਿਸਟ OL ਟੈਗ ਦੇ ਨਾਲ ਸਟਾਰਟ ਹੁੰਦੀ ਹੈ। ਹਰੇਕ ਲਿਸਟ ਆਈਟਮ LI ਟੈਗ ਦੇ ਨਾਲ ਸਟਾਰਟ ਹੁੰਦੀ ਹੈ। ਲਿਸਟ ਆਈਟਮਾਂ ਨੂੰ ਨੰਬਰਸ ਦੇ ਨਾਲ ਮਾਰਕ ਕੀਤਾ ਜਾਂਦਾ ਹੈ। ਇਹ ਨੰਬਰਿੰਗ 1 ਤੋਂ ਸਟਾਰਟ ਹੁੰਦੀ ਹੈ ਅਤੇ ਇੱਕ ਇੱਕ ਕਰਕੇ ਅੱਗੇ ਇੰਕਰੀਮੈਂਟ ਕੀਤੀ ਜਾਂਦੀ ਹੈ। OL ਟੈਗ ਦੇ ਵਿੱਚ ਇੱਕ ਟਾਈਪ ਨਾਮ ਦਾ ਐਟਰੀਬਿਊਟ ਵੀ ਯੂਜ਼ ਕੀਤਾ ਜਾ ਸਕਦਾ ਹੈ ਤਾਂ ਕਿ ਜਿਸ ਪ੍ਰਕਾਰ ਦਾ ਟਾਈਪ ਆਫ ਨੰਬਰ ਤੁਸੀਂ ਸਪੈਸੀਫਾਈ ਕਰਨਾ ਚਾਹੋ ਉਹ ਸਪੈਸੀਫਾਈ ਕਰ ਸਕੋ। ਬਾਈ ਡਿਫਾਲਟ ਇਹ ਇੱਕ ਜੈਨਰਿਕ ਨੰਬਰ ਹੁੰਦਾ ਹੈ। ਨੰਬਰ 2 ਅਨਆਰਡਰਡ ਲਿਸਟ। ਇੱਕ ਅਨਆਰਡਰਡ ਲਿਸਟ ਇਸ ਪ੍ਰਕਾਰ ਦੀਆਂ ਰਿਲੇਟਡ ਆਈਟਮਸ ਦਾ ਕਲੈਕਸ਼ਨ ਹੁੰਦੀ ਹੈ ਜਿਨ੍ਹਾਂ ਦਾ ਕੋਈ ਵੀ ਸਪੈਸ਼ਲ ਆਰਡਰ ਜਾਂ ਸੀਕੁਐਂਸ ਨਹੀਂ ਹੁੰਦੀ। ਇਹ ਲਿਸਟ UL ਟੈਗ ਦੇ ਦੁਆਰਾ ਕ੍ਰੀਏਟ ਕੀਤੀ ਜਾਂਦੀ ਹੈ। ਲਿਸਟ ਵਿਚਲੀ ਹਰੇਕ ਆਈਟਮ ਇੱਕ ਬੁਲੇਟ ਦੇ ਦੁਆਰਾ ਮਾਰਕ ਕੀਤੀ ਜਾਂਦੀ ਹੈ। ਇਹ ਬੁਲੇਟ 3 ਫਲੇਵਰਸ ਦੇ ਵਿੱਚ ਆਉਂਦੀ ਹੈ, ਸਕੁਏਅਰ, ਡਿਸਕ ਤੇ ਸਰਕਲ। ਜ਼ਿਆਦਾਤਰ ਵੈਬ ਬਰਾਊਜ਼ਰ ਦੁਆਰਾ ਡਿਸਪਲੇ ਕੀਤੀ ਜਾਣ ਵਾਲੀ ਡਿਫਾਲਟ ਬੁਲੇਟ ਟ੍ਰੈਡੀਸ਼ਨਲ ਫੁੱਲ ਡਿਸਕ ਹੀ ਹੈ। ਬਾਕੀ ਤਰ੍ਹਾਂ ਦੀਆਂ ਬੁਲੇਟਸ ਨੂੰ ਸਪੈਸੀਫਾਈ ਕਰਨ ਦੇ ਲਈ UL ਟੈਗ ਦੇ ਵਿੱਚ ਟਾਈਪ ਐਟਰੀਬਿਊਟ ਨੂੰ ਵਰਤਿਆ ਜਾ ਸਕਦਾ ਹੈ। ਜੇਕਰ ਕੋਈ ਹੋਰ ਬੁਲੇਟ ਦਾ ਫਲੇਵਰ ਯੂਜ਼ ਕਰਨਾ ਉਸ ਦੇ ਲਈ UL ਟਾਈਪ ਇਕੁਅਲ ਟੂ ਸਕੁਏਅਰ ਜਾਂ UL ਟਾਈਪ ਇਕੁਅਲ ਟੂ ਡਿਸਕ, UL ਟਾਈਪ ਇਕੁਅਲ ਟੂ ਸਰਕਲ ਇਸ ਤਰ੍ਹਾਂ ਵੀ ਯੂਜ਼ ਕੀਤਾ ਜਾ ਸਕਦਾ ਹੈ। ਨੰਬਰ 3 ਡੈਫੀਨੇਸ਼ਨ ਲਿਸਟ। ਡੈਫੀਨੇਸ਼ਨ ਲਿਸਟਾਂ ਟਰਮਜ਼ ਅਤੇ ਡੈਫੀਨੇਸ਼ਨ ਨੂੰ ਇੱਕ ਸਿੰਗਲ ਲਿਸਟ ਦੇ ਵਿੱਚ ਗਰੁੱਪ ਕਰਨ ਦੇ ਲਈ ਵਰਤੀਆਂ ਜਾਂਦੀਆਂ ਹਨ ਅਤੇ ਇਸ ਦੇ ਵਿੱਚ ਇੱਕ ਲਿਸਟ ਨੂੰ ਕੰਪਲੀਟ ਕਰਨ ਦੇ ਲਈ 3 ਐਲੀਮੈਂਟਸ ਦੀ ਲੋੜ ਹੁੰਦੀ ਹੈ। ਨੰਬਰ 1 DL। ਇਸ ਦੇ ਵਿੱਚ ਲਿਸਟ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ। DL ਮਤਲਬ ਡੈਫੀਨੇਸ਼ਨ ਲਿਸਟ। ਨੰਬਰ 2 DT। ਇਸ ਦੇ ਵਿੱਚ ਲਿਸਟ ਵਿਚਲੀ ਇੱਕ ਟਰਮ ਨੂੰ ਡਿਫਾਈਨ ਕੀਤਾ ਜਾਂਦਾ ਹੈ। DT ਮਤਲਬ ਡੈਫੀਨੇਸ਼ਨ ਟਰਮ। ਨੰਬਰ 3 DD। ਇਸ ਦੇ ਵਿੱਚ ਟਰਮ ਦੀ ਡੈਫੀਨੇਸ਼ਨ ਨੂੰ ਡਿਫਾਈਨ ਕੀਤਾ ਜਾਂਦਾ ਹੈ। DD ਮਤਲਬ ਡੈਫੀਨੇਸ਼ਨ ਲਿਸਟ ਡੈਫੀਨੇਸ਼ਨ। ਸਭ ਤੋਂ ਪਹਿਲਾਂ ਆਪਾਂ ਆਰਡਰਡ ਲਿਸਟ ਦੀ ਗੱਲ ਕਰਦੇ ਹਾਂ। ਆਰਡਰ ਲਿਸਟ ਨੂੰ ਸਟਾਰਟ ਕਰਨ ਲਈ OL ਤੋਂ ਸਟਾਰਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇੱਥੇ ਟਾਈਪ ਇਕੁਅਲ ਟੂ ਰਾਹੀਂ ਆਪਾਂ ਦੇਖ ਸਕਦੇ ਹਾਂ ਕਿ ਜੋ ਆਪਣਾ ਆਰਡਰ ਹੋਏਗਾ ਉਹ ਕਿਸ ਪ੍ਰਕਾਰ ਦਾ ਹੋਣਾ ਚਾਹੁੰਦੇ। ਇੱਥੇ ਐਲਫਾਬੈਟਿਕ ਹੋਵੇਗਾ ਜਾਂ ਅਪਰ ਕੇਸ ਲੋਅਰ ਕੇਸ ਹੋਏਗਾ ਜਾਂ ਰੋਮਨ ਅੰਕ ਹੋਣਗੇ ਜਾਂ ਇੱਥੇ 1 2 3 ਇੱਥੇ ਹੋਏਗਾ। ਜਿਵੇਂ ਕਿ ਇੱਥੇ ਜੇਕਰ ਟਾਈਪ ਇਕੁਅਲ ਟੂ A ਸੈੱਟ ਕੀਤਾ ਜਾਵੇ ਤਾਂ LI BCA ਰਨ ਕਰਨ ਤੇ ਕੰਪਿਊਟਰ ਕੋਰਸਸ ABCD ਇਹ ਸਾਰੇ ਆਰਡਰ ਆਪਣਾ ਇੱਥੇ ਅਲਫਾ ਨੂਮੈਰਿਕ ਕਰੈਕਟਰ ਦੇ ਵਿੱਚ ਆ ਰਿਹਾ ਅਪਰ ਕੇਸ ਦੇ ਵਿੱਚ। ਜੇਕਰ ਇਸ ਨੂੰ ਲੋਅਰ ਕੇਸ ਵਿੱਚ ਕਰਨਾ ਹੋਵੇਗਾ ਤਾਂ ਇੱਥੇ
स्मॉल ए यूज़ की जा सकती है, लोअर केस हो जाएगा। इस तो बिना जेकर इत्थे 1 2 3 लैके आना हो तो टाइप इक्वल टू 1 2 3 नाल हो जाएगा, या फिर रोमन अंक के लिए आई नाल इत्थे शो करना पेगा। जेकर अपर रोमन अंक करने हो तो इत्थे कैपिटल आई करनी पेगी। उस तो बिना इन्हां दी स्टार्टिंग वैल्यू भी दी जा सकती हैगी, जिवें कि इसकी टाइप 1 ते स्टार्ट इक्वल टू 7 किया जाए तो इत्थे 7 8 9 10 मतलब इंडेक्स वैल्यू इसकी 7 तो स्टार्ट हो जाएगी। हुण गल करते हैं अनऑर्डर्ड लिस्ट की। अनऑर्डर्ड लिस्ट यूएल टैग तो स्टार्ट होंगे, इसके विच LI, उस तो बाद जो भी टेक्स्ट देना हो, उस तो बाद LI क्लोज, इसके विच सर्फिंग, उस तो बाद UI क्लोज, इस तो बाद UL क्लोज सेव, उस तो बाद प्रोग्राम दोबारा रन। इस तरीके नाल अनऑर्डर्ड लिस्ट काम करदियां ने। हुण जेकर इसते विच आपां बुलेट की जगह ते कुछ होर टाइप इसकी डिफाइन करनी होवे, इत्थे अपने कोल टाइप नाल एट्रीब्यूट वरतांगे, टाइप इक्वल टू स्क्वायर, इस तो बिना होर एक टाइप टाइप इक्वल टू सर्कल। इन्होंने सेव कर तो बाद जो रन करांगे, इत्थे अपना जो डिफॉल्ट मार्किंग मैथड है मतलब बुलेट वो शो हो रहा, इस तो बाद स्क्वेयर अते सर्कल शो हो रहा। इस तो बाद लिस्टां दी तीसरी टाइप डेफिनेशन लिस्ट बारे गल करते हैं। इसनूं इंप्लीमेंट देखते हैं करके किस तरह इंप्लीमेंट होगा। स्टार्टिंग होगी उसकी DL टैग दे नाल, उस तो बाद एंडिंग होगी DL टैग दे क्लोज होने से। उस तो बाद DT टैग दे विच मान लो आप इसनूं जो टेक्स्ट देना उसनूं बोल्ड कर लिए। इत्थे कंप्यूटर एप्लीकेशंस, उस तो बाद B, उस तो बाद DT। हुण इसदे विच जो इसकी डेफिनेशन होगी मतलब इसदे विच डाटा की आ रहा वो आप इत्थे सैट करांगे, जिस तरह के इत्थे आएगा पहला DD, इसदे विच BCA,
ਤੇ MCA। ਉਸ ਤੋਂ ਬਾਅਦ ਇੱਕ ਹੋਰ ਮੰਨ ਲਓ ਇਸ ਦੇ ਵਿੱਚ ਆਪਾਂ ਇੰਗਲਿਸ਼ टाइप्स ऑफ इंग्लिश देखिए तो उसके विच की आ सकदा जनरल इंग्लिश, उस तो बिना हो रिएक्टिव इंग्लिश, एक फंक्शनल इंग्लिश। इस तो बाद हम इसनूं सेव करके जो देखांगे ब्राउज़र दे विच तो इस प्रकार इत्थे आपां नूं शो हो जाएगा। तो इस तरीके नाल जो लिस्टां ने वो HTML दे विच काम करदियां ने।